अस्सलाम वालेकुम। वालेकुम अस्सलाम। भाईजान की हाल है ਤੁਹਾਡਾ? ठीक ठाक जनाब। ਆਪਣਾ ਨਾਮ ਦੱਸਿਓ। मेरा नाम मक्खन गुज्जर। ਕਿਹੜਾ ਇਲਾਕਾ, ਕਿਹੜਾ ਪਿੰਡ, ਕਿਹੜਾ ਸ਼ਹਿਰ? इलाका साडा है इस्लामाबाद ते पिंड मटोक मखना। ਮਟੂ ਮੱਖਣਾ। हाँ जी। ਠੀਕ ਹੋ ਗਿਆ। ਯਾਨੀ ਤੁਸੀਂ ਇਸਲਾਮਾਬਾਦ ਦੇ ਵਿੱਚ ਮੱਝਾਂ ਦੀ ਫਾਰਮਿੰਗ ਕਰਦੇ ਹੋ ਪਏ। इस्लामाबाद है पर ਠੀਕ ਹੈ। देसी इलाज का मतलब है कि असां जरा ना डंगरां नूं नुकसा देसी करना है। ਹੂੰ वैसे साडे तो बस तो बाहर हो जावे ना काम तकरीबन तो फिर असां डॉक्टर नूं बुलाना नहीं ना, वैसे असां डॉक्टर नहीं बुलाना। ਹੂੰ जो कोई साढ़े को देसी नुस्खा धंधा साढ़े को चलता है असां वो चलाना है। ਅੱਛਾ ਮੱਖਣ ਬਾਈ ਜ਼ਰਾ ਅੱਜ ਨਾ ਤੁਸੀਂ ਲੋਕਾਂ ਨੂੰ ਉਹ ਦੇਸੀ ਨੁਸਖੇ, ਦੇਸੀ ਅਜ਼ਮੂਦਾ ਇਲਾਜ ਦੱਸਣੇ ਨੇ ਜਿਹੜੇ ਤੁਸੀਂ ਆਪੀ ਅਜ਼ਮਾਏ ਨੇ। ਹਵਾਈ ਗੱਲਾਂ ਨਹੀਂ ਕਰਨੀਆਂ। नहीं नहीं वही गल्लां तो कोई नहीं करने, लेकिन हुण के तुहानूं दसी जरा देसी के चीज़ दसी तुहानूं जरा ये चीज़ां ने हुण वो तो असीं इतना लम्मी गुफ्तगू नहीं कर सकते ते ना ਜਿੰਨੀ ਤੁਸੀਂ ਸ਼ਾਰਟ ਕਰ ਸਕਦੇ ਹੋ ਕਰ ਲਓ। शार्ट के असां हुण के पता मझ नूं पता लगदा सानूं ही करे रहे मझ किस किस्म दी बीमार है, ਹੂੰ असां उस किस्म दा फिर उहनूं नुस्खा देना हुंदा है ना। ਮਸਲਨ ਟੱਕ ਲੱਗ ਜੇ, ਮੱਝ ਖਲੋਈਏ, ਬਿਮਾਰ ਹੋਈਏ, ਤਾਪ ਚੜ ਜੇ, ਕੀ ਕਰਦੇ ਹੋ? ताप चढ़ जाए तकरीबन असी मझ नूं ना पहले देसी नुस्खा ही अपना इस्तेमाल करने तो साढ़े वास्ते कम बाहर हो जाए ना जिस टाइम, फिर असां उहनूं डॉक्टर बुलाना बुखार वास्ते। ਅਗਰ ਮੱਝ ਨੂੰ ਟੱਕ ਲੱਗ ਜੇ ਯਾਨੀ ਪੱਠੇ ਨਾ ਖਾਏ ਤੇ ਕੀ ਕਰਦੇ ਹੋ? ਉਹਨੂੰ ਤਕਰੀਬਨ ਅਸੀਂ ਲਿਆ ਕੇ ਨਾ ਆਪਣਾ ਹੀ ਨੁਕਸਾ ਜਿਹੜਾ ਨਾ ਜਵਾਨ ਸ਼ਵੈਨ ਅਦਰਕ ਸ਼ਦਰਕ ਮਰਚਾਂ ਇਹ ਚੀਜ਼ਾਂ ਜਿਹੜੀਆਂ ਨਾ ਜਿਹੜਾ ਨੁਕਸਾ ਸਾਡੇ ਕੋਲ ਸਾਨੂੰ ਪਸੰਦ ਆਉਂਦਾ ਉਹ ਲਿਆ ਕੇ ਦੇਈਦਾ ਹੈ ਪਹਿਲੇ। ਹੂੰ ਜੇ ਤਕਰੀਬਨ 2 ਦਿਨ ਦੇਖੀਦੇ 3 ਦਿਨ ਨਾ ਜਾਨਵਰ ਕਾਬੂ ਚ ਆਵੇ ਸਾਡੇ ਚ ਫਿਰ ਅਸਾਂ ਡਾਕਟਰ ਨੂੰ ਬੁਲਾਣਾ। ਵੈਸੇ ਅਸਾਂ ਡਾਕਟਰ ਨੂੰ ਜਲਦੀ ਨਹੀਂ ਬੁਲਾਉਂਦੇ। ਠੀਕ ਹੋ ਗਿਆ। ਹਾਂਜੀ ਅੱਛਾ ਅਗਰ ਮੱਝ ਨਵੀਂ ਨਾ ਹੋਏ ਹਾਂਜੀ। ਯਾਨੀ ਹੀਟ ਚ ਨਾ ਆਏ, ਕਦੀ ਇਸ ਤਰ੍ਹਾਂ ਦਾ ਮਸਲਾ ਹੋਇਆ? ਇਸ ਤਰ੍ਹਾਂ ਦਾ ਮਸਲਾ ਅਸਾਂ ਕਦੇ ਮੱਝ ਨੂੰ ਛੇੜਿਆ ਨਹੀਂ। ਹੂੰ ਭਾਵੇਂ ਮੱਝ ਸਾਲ ਬਾਅਦ ਬੋਲੇ, ਭਾਵੇਂ 2 ਸਾਲ ਬਾਅਦ ਬੋਲੇ, ਭਾਵੇਂ 6 ਮਹੀਨੇ ਬਾਅਦ ਬੋਲ ਪਵੇ, ਲੇਕਿਨ ਅਸਾਂ ਮੱਝ ਨੂੰ ਕਦੇ ਛੇੜਿਆ ਨਹੀਂ। ਇਹਦਾ ਇਹ ਕਿਉਂ ਨਹੀਂ ਬੋਲਦੀ, ਹੂੰ ਉਹ ਆਪਣੀ ਮਰਜ਼ੀ ਨਾਲ ਕਰਨੀ ਬੋਲਣਾ। ਠੀਕ ਹੈ। ਉਹ ਅਸਾਂ ਇਸ ਤਰ੍ਹਾਂ ਦਾ ਕੰਮ ਕਦੇ ਟੀਕਾ ਜਾਂ ਉਹ ਚੀਜ਼ ਕਦੇ ਇਸਤੇਮਾਲ ਨਹੀਂ ਕੀਤੀ। ਤੇ ਖੁਦਾ ਨਾ ਖਾਸਤਾ ਅਗਰ ਮੱਝ ਧਰੂਈ ਹੈ ਤੇ ਕੀ ਕਰਦੇ ਹੋ? ਮੱਝ ਤਰੂ ਗਈ ਹੈ ਤਾਂ ਮੁੜ ਕੇ ਉਹਨੂੰ ਬਹਾਲ ਕਰ ਲਈਦਾ। ਜੇ ਮੱਝ ਜ਼ਿਆਦਾ ਖਰਾਬ ਹੋ ਜਾਏ ਤੇ ਤਕਰੀਬਨ ਨਹੀਂ ਦੁੱਧ ਦਿੰਦੀ, ਉਹ ਹੂੰ ਜ਼ਿਆਦਾ ਖਰਾਬ ਹੋ ਗਈ, ਫਿਰ ਉਹਨੂੰ ਵੇਚ ਦਿੱਤੇ, ਕਸਾਈਆਂ ਨੂੰ ਦੇ ਦਿੰਦੇ ਹਾਂ। ਮਤਲਬ ਕੀ ਉਹਨੂੰ ਕਿਸ ਤਰ੍ਹਾਂ ਬਹਾਲੀ ਕਰਦੇ ਉਹਦੀ? ਉਹਦੀ ਬਹਾਲੀ ਇਹ ਹੈ ਕਿ ਫਿਰ ਫਿਰਦੀ ਰਹਿੰਦੀ। ਜੇ ਮੱਝ ਚੰਗੀ ਹੋਵੇ ਤਕਰੀਬਨ ਜਿਹੜਾ ਦੁੱਧ ਮੱਝ ਸਾਂਭਣ ਵਾਲੀ ਹੈ, ਮੱਝ 3-4 ਲੱਖ ਰੁਪਏ ਦੀ, ਉਹਨੂੰ ਸਾਂਭਦੇ ਆ ਫਿਰ ਉਹਨੂੰ ਨਹੀਂ ਦਿੰਦੇ, ਉਹਨੂੰ ਦੂਏ ਸਾਲ ਤੇ ਮੁੜ ਕੇ ਤਿਆਰ ਕਰਨੇ ਪੈਂਦਾ ਹੈ। ਕਿਸ ਤਰ੍ਹਾਂ ਕਰਦੇ ਹੋ? ਅਸੀਂ ਤਾਂ ਪੁੱਛ ਰਹੇ ਹਾਂ ਕੀ ਉਹਨੂੰ ਪਾਉਂਦੇ ਹੋ? ਕੋਈ ਚੀਜ਼ ਨਹੀਂ ਪਾਣੀ ਅਸਾਂ ਯਾਨੀ ਪੱਠੇ ਤੇ ਹੀ? ਪੱਠੇ ਤੇ ਹੀ ਅਸਾਂ ਉਹਨੂੰ ਬਸ ਜਿਹੜਾ ਹੈ ਨਾ ਉਹਨੂੰ ਜ਼ਿਆਦਾ ਕਰਨਾ ਤਾਂ ਉਹਨੂੰ ਦਮ ਤਰੂਦ ਕਰਾਉਣਾ, ਕੋਈ ਤਵੀਤ ਧਾਗਾ ਲਿਆ ਉਹਨੂੰ ਗਲ ਦੇ 'ਚ ਪਾ ਦਿੱਤਾ ਜਿਹੜਾ ਤਰੂਏ ਨਾ ਮੁੜ ਕੇ। ਅੱਛਾ ਅਗਰ ਜ਼ੋਰ ਨਾਲ ਸੁੱਟੇ ਤੇ ਕੀ ਕਰਦੇ ਹੋ? ਜੇ ਨਾ ਸੱਟੇ ਫਿਰ ਵੀ ਅਸੀਂ ਕੋਈ ਚੀਜ਼ ਨਾ ਦਿੰਦੇ। ਉਹ ਕਿਉਂ? ਤਕਰੀਬਨ ਅਸੀਂ ਇਹ ਰੋਟੀਆਂ ਸੁੱਕੀਆਂ ਲੈਣੀਆਂ ਹੂੰ ਕਿਲੋ ਇੱਕ, ਹੂੰ ਉਹਦੇ ਅੱਗੇ ਰੱਖ ਦੇਣੀ। ਜੇ ਉਹਨੇ ਸਾੜ ਦਿੱਤੀ ਠੀਕ ਹੈ, ਨੀਂਦ ਸੱਟੀ ਤੇ ਫਿਰ ਉਹਦੇ ਥੱਲੇ ਬੋਲੀ 'ਤੇ ਧਾਰਾਂ ਮਾਰਨੀਆਂ ਨੇ ਕਿਲੋ ਇੱਕ। ਹੂੰ ਉਹ 'ਚ ਅੱਧਾ ਕਿਲੋ ਚੀਨੀ ਸੱਟਣੀ, ਹੂੰ ਅੱਧਾ ਕਿਲੋ ਅਸੀਂ ਪਾਣੀ ਪਾਣਾ ਹੈ। ਠੀਕ ਹੈ। ਉਹ ਪਾਣੀ ਪਾ ਕੇ ਉਹ ਲਾ ਕੇ ਉਹਦੇ ਅੱਗੇ ਰੱਖਣੀ ਮੱਝ ਦੇ, ਉਹਨੇ ਅੱਧੇ ਘੰਟੇ ਬਾਅਦ ਜੇ ਸਾਡੀ ਤੇ ਬਾਅਦ ਵਿੱਚ ਜੇ ਜਿਹੜੀ ਉਹ ਟੁੱਟ ਜਾਂਦੀ ਹੈ ਤੇ ਉਹ ਗਲ ਕੇ ਫਿਰ ਬਾਹਰ ਕਿਸ ਤਰ੍ਹਾਂ ਕੱਢ? ਬਾਹਰ ਗਲ ਕੇ ਉਹ ਪੈਂਦੀ ਹੈ, ਲੇਕਿਨ ਤਕਰੀਬਨ ਉਸਦਾ ਹਾਲ ਇਹ ਹੈ ਕਿ ਉਹਨੂੰ ਦੇਈ ਦੀ ਹੈ 2-3 ਦਿਨ 4 ਦਿਨ ਪਾ 1.5 ਪਾ ਕਿਲੋ ਅੱਧਾ ਕਿਲੋ ਉਹਨੂੰ ਚੀਨੀ ਦੇਈ ਦੀ ਹੈ। ਹੂੰ ਬਸ ਉਹ ਚੀਨੀ ਨਾਲ ਹੀ ਤਕਰੀਬਨ 2-3 ਦਿਨ ਅੰਦਰ ਸਾਫ਼ ਹੋ ਜਾਂਦਾ। ਸਹੀ ਹੋ ਗਿਆ। ਅੱਛਾ ਜਿਹੜੀ ਮੱਝਾਂ ਨੇ ਖਾਸ ਤੌਰ ਤੇ ਇਹਨਾਂ ਦੇ ਥਣਾਂ ਦੇ ਬੜੇ ਮਸਾਇਲ ਨੇ, ਤੇ ਕੋਈ ਤੁਹਾਡੀ ਨਜ਼ਰ 'ਚ ਹੈ ਨੇ ਜਿਹੜੇ ਇੱਥੇ ਮਸਾਇਲ ਤੁਹਾਨੂੰ ਇਸਲਾਮਾਬਾਦ 'ਚ ਜ਼ਿਆਦਾ ਮਸਲੇ ਲੱਗਦੇ ਹੋਣ? ਇੱਥੇ ਤਕਰੀਬਨ ਮਿਸਾਲ ਜਿਹੜਾ ਹੈ ਨਾ ਪਿੰਡੀ ਇਸਲਾਮਾਬਾਦ ਵਿੱਚ ਖੰਨੇ ਵਾਲੀ ਸਾਈਡ ਤੇ ਇੱਥੇ ਮਿਸਾਲ ਥਾਣਾ ਦਾ ਕੰਮ ਜਿਹੜਾ ਨਾ ਬਹੁਤ ਜ਼ਿਆਦਾ ਹੈ। ਅੱਛਾ ਜ਼ਿਆਦਾ ਹੈ, ਲੇਕਿਨ ਇਹ ਹੈ ਕਿ ਇਹਨਾਂ ਦੀ ਇhtiyat ਬਹੁਤ ਕਰਨੀ ਪੈਂਦੀ ਤਾਂ ਇਹ ਜਾ ਕੇ ਠੀਕ ਹੁੰਦੇ, ਨਹੀਂ ਤਾਂ ਜਿਹੜਾ ਇhtiyat ਨਾ ਕਰੇ ਬੰਦਾ, ਜਿਹੜਾ ਮੈਂ ਖਾਲੀ ਪੱਠੇ ਪਾ ਕੇ ਇਹਨਾਂ ਨੇ ਤੇ 2 ਟਾਈਮ ਵੰਡਾ ਪਾ ਕੇ ਚੋ ਲਿਆਵਾਂ ਤੇ ਚੁਆਈ ਕਰਕੇ ਤੇ ਬਸ ਇਹਨਾਂ ਨੂੰ ਤੇਲ ਤਮਾਕੂ ਕੋਈ ਨਾ ਦਿਓ, ਫਿਰ ਥਣ ਤੇ ਖਰਾਬ ਬਹੁਤ ਜ਼ਿਆਦਾ ਹੁੰਦੇ ਨੇ। ਹੂੰ ਲੇਕਿਨ ਇਹਨਾਂ ਦੀ ਇhtiyat ਕਰਨੀ ਪੈਂਦੀ 8 ਦਿਨਾਂ ਬਾਅਦ 10 ਦਿਨਾਂ ਬਾਅਦ ਇਹਨਾਂ ਨੂੰ ਤੇਲ ਤਮਾਕੂ ਦੇਈਦਾ। ਕੀ ਬਾਤ ਹੈ। ਤੇ ਉਸ ਵਜ੍ਹਾ ਤੋਂ ਇਹ ਜਿਹੜੇ ਨਾ ਫਿਰ ਥਾਨੀ ਜਿਹੜਾ 8 ਦਿਨਾਂ ਬਾਅਦ ਇਹਨਾਂ ਨੂੰ ਮਿਰਚ ਮਸਾਲਾ ਦਿੰਦੇ ਹੋ ਚ ਕੀ ਕੀ ਸ਼ਾਮਲ ਹੈ? ਮਿਰਚ ਮਸਾਲਾ ਇਹ ਤੇਲ ਲਿਆਇਆ ਸਰੋਂ ਦਾ, ਜੁਮਿਆਂ ਦਾ, ਹੂੰ ਮਰਚਾਂ, ਦਾਦਰ ਵਗੈਰਾ ਨਹੀਂ ਸਭ ਦਿੰਦੇ ਅਸੀਂ ਜ਼ਿਆਦਾਤਰ। ਦੜਾ ਨਹੀਂ ਦੇਈਦਾ, ਦੜਾ ਦੇਈਦਾ ਸਰਦੀਆਂ 'ਚ, ਹੂੰ ਅੱਜ ਕੱਲ੍ਹ ਨਹੀਂ ਦੇਈਦਾ। ਅੱਜ ਕੱਲ੍ਹ ਜ਼ਿਆਦਾ ਗਰਮ ਹੁੰਦਾ, ਉਹ ਜਦੋਂ ਮੱਝ ਦੁੱਧ ਸਾੜ ਜਾਂਦੀ, ਹੂੰ ਸਰਦੀਆਂ ਹੀ ਦੇਈਦਾ। ਅੱਜ ਕੱਲ੍ਹ ਸਾਵੀ ਮਰੇ ਦੇਈਦੀ।
ਠੀਕ ਹੋ ਗਿਆ, ਠੀਕ ਹੋ ਗਿਆ। ਹਾਂ ਤੇ ਮੱਝ ਅਗਰ ਉਹਦਾ ਥਣ ਖਰਾਬ ਹੋ ਗਿਆ, ਯਾਨੀ ਅੱਗੇ ਉਹਦੇ ਗਿਲਟੀ ਬਣ ਗਈ ਹੈ ਜਾਂ ਉਹਦੇ ਜਿਹੜਾ ਵੇ ਉਹ ਧਾਰ ਬਰੀਕ ਹੋ ਗਈ ਹੈ, ਮੀਟ ਕੀ ਜਿਹਨੂੰ ਅਸੀਂ ਕਹਿੰਦੇ ਆ, ਜਾਂ ਬਾਜ਼ ਕਦ ਸੋਜਨ ਆ ਗਈ ਹੈ, ਤੇ ਉਹ ਕੀ ਫਿਰ ਕਰਦੇ ਹੋ? ਉਹਨੂੰ ਤਕਰੀਬਨ ਪਹਿਲੇ ਤਾਂ ਉਹਦਾ ਇਲਾਜ ਕਰਨੇ ਆ, ਉਹਨੂੰ ਦੁੱਧ ਸ਼ੁੱਧ ਜਿਹੜਾ ਨਾ ਘਿਓ ਸ਼ਿਓ ਦੇਸੀ ਵਗੈਰਾ ਚੀਨੀ ਜਿਹੜੀ ਦੇਈ ਦੀ ਹੈ, ਮਿਰਚਾਂ ਦੇਈ ਦੀਆਂ ਨੇ, ਇਹਦੀ ਧਾਰ ਖੁੱਲ ਜਾਵੇ। ਨਾ ਖੁੱਲੇ ਤਾਂ ਉਹਦਾ ਆਪਰੇਸ਼ਨ ਕਰਦੇ ਆ ਕੋ ਫਿਰ। ਆਪਰੇਸ਼ਨ ਦਾ ਬਲੇਡ ਲਾ ਕੇ ਹਾਂਜੀ ਆਪ ਹੀ ਕਰ ਲੈਂਦੇ ਹੋ? ਆਪੇ ਕਰਦੇ ਆ। ਕੀ ਬਾਤ ਹੈ, ਕੀ ਬਾਤ ਹੈ। ਯਾਨੀ ਮੀਟ ਕੀ ਜਿਹੜੀ ਉਹਦੀ। ਹਾਂਜੀ। ਅੱਛਾ, ਨਾੜ ਦੇ ਬਾਰੇ ਕੀ ਤੁਹਾਡਾ ਹੈ ਖਿਆਲ ਹੈ? ਨਾੜ ਦੇ ਬਾਰੇ 'ਚ ਇਹ ਹੈ ਕਿ ਨਾੜ ਜਿਹੜੀ ਹੈ ਨਾ ਮਾਮੂਲੀ ਹੋਈ ਨਾ ਕੋਈ ਥੋੜੀ, ਉਹ ਤੇ ਜਿਹੜੀ ਹੈ ਨਾ ਇਹਦੇ ਦਵਾਈਆਂ ਸ਼ਵਾਈਆਂ ਘਿਓ ਸ਼ਿਓ ਨਾਲ ਚੀਨੀ ਸ਼ੀਨੀ ਨਾਲ ਵਗੈਰਾ ਨਾਲ ਥੋਮ ਸ਼ੋਮ ਵਗੈਰਾ ਨਾਲ ਠੀਕ ਹੋ ਜਾਂਦਾ ਹੈ। ਥੋਮ ਦੀ ਖੀਰ ਬਣਾਉਂਦੇ ਨੇ ਜਿਹੜੀ। ਹਾਂਜੀ। ਤੇ ਤਕਰੀਬਨ ਜ਼ਿਆਦਾ ਨਾੜ ਪੈ ਜਾਵੇ ਤੇ ਫਿਰ ਉਹ ਥਣ ਨਹੀਂ ਠੀਕ ਹੁੰਦਾ, ਫਿਰ ਉਹਨੂੰ ਉਹ ਯਾਨੀ ਇਹ ਤੁਹਾਡੇ ਸਾਰੀ ਜ਼ਿੰਦਗੀ ਦਾ ਤਜਰਬਾ ਹੈ ਕਿ ਜਿਹਨੂੰ ਇੱਕ ਵਾਰੀ ਨਾੜ ਪੈ ਗਈ, ਥਣ ਗਿਆ। ਹੋ ਗਿਆ। ਜਿਹੜਾ ਥਣ ਤਾਂ ਚੜ ਜਾਂਦਾ ਹੈ ਉਹ ਕੀ ਹੁੰਦਾ ਹੈ? ਉਹ ਥਣ ਤਕਰੀਬਨ ਹੁਣ ਬੜੇ ਹਿਸਾਬ ਵਗੈਰਾ ਜਦੋਂ ਥਣ ਮਰ ਜੇ ਗਿਆ, ਉਹ ਜ਼ਿੰਦਾ ਤੇ ਨਹੀਂ ਨਾ ਹੁੰਦਾ। ਫਿਰ ਜਿਸ ਤਰ੍ਹਾਂ ਬੰਦਾ ਮਰ ਗਿਆ ਤੇ ਉਹ ਜ਼ਿੰਦਾ ਤੇ ਕੋਈ ਨਹੀਂ ਹੋਣਾ। ਸਹੀ ਉਹ ਹੈ, ਜਿੱਥੇ ਮਰ ਗਿਆ ਉਹਨੇ ਉੱਤੇ ਚੜ ਜਾਣਾ, ਉਹਨੇ ਫਿਰ ਤਾਂ ਠੀਕ ਨਹੀਂ ਹੋਣਾ। ਠੀਕ ਹੋ ਗਿਆ। ਬਾਜ਼ ਕਦ ਮੱਝ ਸੂਣ ਲੱਗਦੀ ਹੈ ਤੇ ਉਹਦਾ ਬਹਾਨਾ ਬਰਾਬਰ ਨਹੀਂ ਹੁੰਦਾ, ਤਾਂ ਫਿਰ ਕੀ ਕਰਦੇ ਹੋ ਕਿ ਉਹਦਾ ਬਹਾਨਾ ਥਣ ਚੱਡਾ ਬਣੇ, ਬਹਾਨਾ ਬਰਾਬਰ ਹੋਏ? ਥਣ ਬਰਾਬਰ ਜਿਹੜਾ ਚੱਡਾ ਜਿਹੜਾ ਹੈ ਨਾ ਬਹਾਨਾ ਇਹਦਾ ਜਿਹੜਾ ਹੈ ਨਾ ਇਹ ਹਿਸਾਬ ਹੁੰਦਾ ਕਿ ਮੱਝ ਦਾ ਮੁਖਤਲਿਫ ਬਹਾਨੇ ਹੁੰਦੇ ਨੇ। ਇੱਕ ਜਿਹਾ ਬਹਾਨਾ ਕਿਸੇ ਮੱਝ ਦਾ ਵੀ ਨਹੀਂ ਹੁੰਦਾ। ਕਿਸੇ ਦਾ ਉੱਤੇ ਬਰਾਬਰ ਹੁੰਦਾ ਹੈ, ਕਿਸੇ ਦਾ ਇੱਕ ਸਾਈਡ ਤੋਂ ਉੱਤੇ ਹੁੰਦਾ ਹੈ, ਇੱਕ ਤੋਂ ਥੱਲੇ ਹੁੰਦਾ ਹੈ। ਤੇ ਇਹ ਮੁਖਤਲਿਫ ਹੁੰਦਾ, ਇਹ ਕੁਦਰਤ ਦਾ ਕੰਮ ਹੁੰਦੇ ਨੇ। ਇਸ ਤੇ ਕੋਈ ਨਹੀਂ ਬੰਦਾ ਜਿਹੜਾ ਉਹਨੂੰ ਬਰਾਬਰ ਕਰ ਸਕੀਏ, ਬੰਦਾ ਉਹ ਨਹੀਂ ਕਰ ਸਕਦਾ। ਉਹ ਜਿਹੜਾ ਉਹ ਬਰਾਬਰ ਹੁੰਦਾ ਜਿਹੜਾ ਥਣ ਸ਼ਨ ਘਟ ਜਾਵੇ ਯਾਰ। ਅੱਜ ਉਹੀ ਕਰਨੇ ਆ ਵੀ ਜਿਹੜਾ ਥਣ ਘਟ ਜੇ ਤੇ ਜਿਹੜਾ ਥਣ ਘਟ ਜਾਵੇ ਨਾ, ਉਹ ਥਣ ਜਿਹੜਾ ਹੈ ਤਕਰੀਬਨ ਮਿਸਾਲ ਦੇ ਤੌਰ ਤੇ ਖੰਗਣ ਮੱਝ ਦਾ ਘਟ ਗਿਆ ਨਾ, ਉਹ ਜਿਸ ਮੱਝ ਮੁੜ ਕੇ ਤਿਆਰ ਆਏਗੀ ਨਾ, ਉਹਨੂੰ ਤਕਰੀਬਨ ਤਿਆਰ ਹੋਣ ਤੋਂ 20 ਦਿਹਾੜੇ ਮਹੀਨਾ ਪਹਿਲੇ ਉਹਨੂੰ ਘਿਓ ਸ਼ੋ ਚੀਨੀ ਸ਼ੀਨੀ ਵਗੈਰਾ ਕਿਲੋ 2-3 ਕਿਲੋ ਘਿਓ ਖਿਲਾ ਦਿਓ, ਚੀਨੀ ਸ਼ੀਨੀ ਖਿਲਾ ਦਿਓ, ਉਹ ਥਣ ਬਰਾਬਰ ਕਰ ਆਏਗੀ। ਜੇ ਉਸੇ ਨਾੜ ਨਹੀਂ ਹੋਈ, ਜੇ ਨਾੜ ਹੋਏਗੀ ਤਾਂ ਫਿਰ ਉਹ ਖਤਮ ਹੋ ਜਾਏ। ਅਗਰ ਗਲ ਵੱਡੀ ਹੋਈ ਹੈ ਤੇ ਗਲਵਾੜੀ ਹੋਈ, ਗਲਵਾੜੀ ਦਾ ਤੇ ਜਿਹੜਾ ਹੈ ਨਾ ਅਸੀਂ ਮੁਖਤਲਿਫ ਇਹ ਦੇਸੀ ਇਲਾਜ ਕਰਨੇ ਆ। ਗਲਵਾੜੀ ਤੇ ਇਹ ਤੋਂ ਕੋਈ ਘਰ ਬੋਰੀ ਪਈ ਹੋਈ, ਬੋਰੀ ਸਾੜ ਲਈ, ਜਾਂ ਇਹ ਕੁੰਦਰ ਵਗੈਰਾ ਨਹੀਂ ਹੁੰਦੀ। ਜੀ ਬਿਲਕੁਲ, ਹਾਂ ਸਾੜ ਜਿਹੜਾ ਹੁੰਦਾ ਹੈ। ਹਾਂ ਜੀ, ਕੋਇਲਾ। ਇਹ ਸਾੜੀ ਜਾਂ ਜੁੱਤੀ ਦੀ ਪੁਰਾਣੀ ਦੀ ਹੱਡੀ ਹੁੰਦੀ ਹੈ ਨਾ, ਇਹ ਚਮੜੇ ਵਾਲੀ ਦੀ, ਜੀ ਜੀ, ਉਹ ਸਾੜੀ ਉਹ ਸਾੜ ਕੇ ਉਹਦੀ ਤੇਲ ਪਾ ਕੇ ਉਹਦੀ ਮਲਮ ਬਣਾ ਲਈ, ਬਸ 2-4 ਦਿਨ 10 ਦਿਨ ਲਾਈ ਠੀਕ ਹੋ। ਮੱਖੀ ਮੱਛਰ ਤੋਂ ਕਿਸ ਤਰ੍ਹਾਂ ਬਚਾਉਂਦੇ ਹੋ? ਮੱਖੀ ਮੱਛਰ ਤਾਂ ਤਕਰੀਬਨ ਅਸਾਂ ਦਾ ਮਾਲ ਮੱਖੀ ਮੱਛਰ ਦਾ ਜਿਹੜਾ ਹੈ ਨਾ ਉਹ ਤੇ ਜ਼ਖਮ ਵਾਲਾ ਹੀ ਕੰਮ ਹੈ, ਹੋਰ ਤਾਂ ਕੰਮ ਨਹੀਂ। ਉਹਦੇ ਤੇ ਲਿਆ ਕੇ ਸਪਰੇਅ ਮਾਰ ਦਈਏ ਦਿਹਾੜੀ ਦੀ, ਜਾਂ ਸਪਰੇਅ ਨਾ ਲਿਆਈਏ। ਉਹ ਵੀ ਸਪਰੇਅ ਵੀ ਅੱਜ ਕੱਲ੍ਹ ਗਰਮੀਆਂ 'ਚ ਤੇ ਸਰਦੀਆਂ 'ਚ ਸਪਰੇਅ ਦੀ ਲੋੜ ਹੀ ਨਹੀਂ ਪੈਂਦੀ। ਜੀ ਬਿਲਕੁਲ, ਗਰਮੀਆਂ 'ਚ ਪੈਂਦੀ। ਤਾਂ ਮੱਖੀ ਮੱਛਰ ਹੋਵੇ, ਮੱਖੀ ਆਵੇ ਵੀ ਤਾਂ ਉਹ ਕਾਲਾ ਤੇਲ ਲਿਆ ਕੇ ਰੱਖ ਦਈਦਾ, ਗੱਡੀ ਦਾ ਤੇਲ ਬਦਲਾਈ ਦਾ, ਉਹ ਥੋੜਾ ਥੋੜਾ ਲਾ ਕੇ ਲਾ ਦਿੱਤਾ ਦਿਹਾੜੀ, ਜਿਹੜਾ ਮੱਖੀ ਨਾ ਉੱਤੇ ਪਏ। ਜ਼ਬਰਦਸਤ ਜ਼ਬਰਦਸਤ। ਤੇ ਜਿਹੜਾ ਮੂੰਹ ਖੁਰ ਹੁੰਦਾ ਹੈ ਜਾਂ ਫਿਰ ਗਲਗੋਟੂ ਵਗੈਰਾ, ਉਹਦਾ ਕਰਦੇ ਹੋ? ਗੱਲ ਘੋਟੂ ਦੀ ਤਾਂ ਤਕਰੀਬਨ ਵੈਕਸੀਨ ਕਰਾਉਂਦੇ ਨੇ। ਤੇ ਜਿਹੜਾ ਮੁੱਖ ਦਾ ਇਲਾਜ ਹੈ ਨਾ, ਇਹ ਅਸਾਂ ਸਾਡੇ ਕੋਲ ਬਹੁਤ ਘੱਟ ਆਉਂਦਾ ਇੱਥੇ। ਠੀਕ ਹੋ ਗਿਆ। ਕਿਉਂਕਿ ਅਸੀਂ ਇਹਦਾ ਮੁੱਖ ਦਾ ਵੈਕਸੀਨ ਵੀ ਕਦੇ ਨਹੀਂ ਕਰਾਈ, ਕਦੇ ਟੀਕਾ ਨਹੀਂ ਲਵਾਇਆ। ਇਹਦਾ ਇਹ ਇਲਾਜ ਕਰਨੇ ਕਿ ਅਸੀਂ ਹਰ ਸਾਲ ਵਿੱਚ ਅਸਾਂ ਦੇ ਪੀਰ ਨੇ ਉੱਥੇ 17 ਮੀਲਾਂ ਨੇ, ਅਸੀਂ ਉਹਨਾਂ ਕੋਲੋਂ ਲਿਆ ਕੇ ਦਮ ਕਰਾ ਲਈਦਾ, ਉਹਦਾ ਕਰਾ ਲਈਦਾ। ਤੇ ਕਦੇ ਇਸ ਤਰ੍ਹਾਂ ਦਾ ਸਾਨੂੰ ਮਹਿਸੂਸ ਨਹੀਂ ਆਇਆ। ਸਹੀ ਹੋ ਗਿਆ। ਯਾਨੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਫੂਕ ਫੰਡਾ ਕਰਾਉਂਦੇ ਨੇ, ਜ਼ਿਕਰ ਵਿੱਚ ਜਿਹੜਾ ਅੱਲਾ ਦੇ ਜ਼ਿਕਰ 'ਚ ਤਾਕਤ ਹੈ, ਔਰ ਮੈਂ ਸੁਣਿਆ ਫਾਰਮਰ ਕੋ ਕਿ ਠੀਕ ਹੋ ਜਾਂਦਾ ਹੈ। ਤੇ ਅਗਰ ਨਾ ਆਰਾਮ ਆਏ, ਦਵਾ ਨਾਲ ਲਾਏ ਤੇ ਫਿਰ ਦੁਆ ਨਾਲ ਆਈ ਜਾਂਦਾ ਹੈ। ਤੇ ਸਰ ਆਖਰ ਦੱਸੋ ਕਿ ਅਗਰ ਜਿਹੜੇ ਸਿੰਘ ਨੇ ਔਰ ਪੂਛਲ ਹੈ, ਇਹ ਤੇ ਜਾਨਵਰ ਦਾ ਹਾਰ ਸ਼ਿੰਗਾਰ ਹੈ, ਅਗਰ ਸਿੰਘ ਖਰਾਬ ਹੋਈ ਹੈ, ਪੂਛਲ ਖਰਾਬ ਹੋਈ ਹੈ, ਜਿਸ ਤਰ੍ਹਾਂ ਕਿ ਤੁਹਾਡੇ ਇੱਕ ਜਾਨਵਰ ਦੀ ਹੋਈ ਹੈ, ਵੱਢ ਕੱਤੇ ਜਾਂ ਕੱਟ ਕੱਤੇ ਕੀੜੀ ਲੱਗ ਜਾਏ, ਕੀ ਕਰਦੇ ਹੋ? ਇਹਦਾ ਜਿਹੜਾ ਪੁਸ਼ਲ ਦੀ ਗੱਲ ਹੈ ਨਾ, ਜਿਹੜੀ ਇਹਦਾ ਜਿਹੜਾ ਨਾ ਉਹ ਅਸੀਂ ਕੱਟ ਕੇ ਨਾ ਤੇ ਇਹਨੂੰ ਅੱਗੋਂ ਤਲ ਦੇਈਦਾ ਹੈ। ਠੀਕ ਹੋ ਗਿਆ, ਬਿਲਕੁਲ ਸਹੀ। ਉਹ ਜਿਹੜਾ ਨਾ ਕੱਟ ਕੇ ਥੋੜਾ ਜਿਹਾ ਨਾ ਉਹ ਜਾਨਵਰ ਫਿਰ ਉਸੇ ਸੌਖਾ ਹੋ ਜਾਂਦਾ। 2 ਮਿੰਟ ਤੇ ਤਕਲੀਫ ਹੁੰਦੀ ਹੈ, ਲੇਕਿਨ ਬਾਅਦ ਇਹ ਜਾਨਵਰ ਉਹ ਸੌਖਾ ਹੋ ਜਾਂਦਾ ਹੈ। ਉਹ ਜਿਸ ਟਾਈਮ ਤਲਦਾ ਉਹ ਪੱਕਾ ਹੋ ਜਾਂਦਾ, ਅੱਗੋਂ ਉਹਦਾ ਜਾਨਵਰ ਦਾ ਜਿਹੜਾ ਨਾ ਪੁਸ਼ਲ ਠੀਕ ਹੋ ਜਾਂਦੀ ਹੈ। ਸਹੀ ਹੋ ਗਿਆ। ਤੇ ਸਿੰਘ ਤੇ ਸਾਡੇ ਕੋਲ ਅਸਾਂ ਤਕਰੀਬਨ ਭੱਜ ਵੀ ਜਾਵੇ, ਕੋਈ ਇਸ ਤਰ੍ਹਾਂ ਦਾ ਆ ਜਾਵੇ ਤਾਂ ਅਸਾਂ ਕਦੇ ਉਹਦਾ ਤੇ ਮਹਿਸੂਸ ਹੀ ਨਹੀਂ ਕੀਤਾ। ਉਹ ਮਤਲਬ ਦੁਬਾਰਾ ਜਿਹੜਾ ਨਾ ਉਹ ਆਪਣੇ ਆਪ ਹੀ ਜ਼ਖਮ ਠੀਕ ਹੋ ਜਾਂਦਾ, ਜ਼ਖਮ ਠੀਕ ਉੱਤੇ ਤੇਲ ਛਿੱਲ ਲਾ ਦਿੱਤਾ ਬਸ।
ਠੀਕ ਹੋ ਗਿਆ। ਬੜੀ ਜੀ ਤੁਸੀਂ ਮੁਫੀਦ ਗੁਫ਼ਤਗੂ ਕੀਤੀ ਹੈ ਔਰ ਅਸੀਂ ਸੋਚ ਰਹੇ ਹਾਂ ਕਿ ਸ਼ਾਇਦ ਸਾਡੇ ਜ਼ਿਲ੍ਹੇ ਵਿੱਚ, ਸਾਡੇ ਇਲਾਕੇ ਵਿੱਚ ਹੀ ਇਹ ਮਸਲੇ ਨੇ, ਇਹ ਮਸਲੇ ਪੂਰੇ ਪੰਜਾਬ ਨੇ ਬਲਕਿ ਪੂਰੇ ਪਾਕਿਸਤਾਨ ਦੇ ਨੇ, ਇੰਡੀਆ 'ਚ ਵੀ ਲੋਕ ਸਾਡੇ ਨਾਲ ਰਾਬਤਾ ਕਰਦੇ ਨੇ ਕਿ ਵੀ ਇਹ ਮਸਲਾ ਹੈ। ਤੇ ਤੁਸੀਂ ਬੜੀ ਨਪੀਤੁਲੀ ਗੁਫ਼ਤਗੂ ਕੀਤੀ ਹੈ, ਸਮਝਦਾਰਾਨਾ ਗੁਫ਼ਤਗੂ ਕੀਤੀ ਔਰ ਅੱਛੀ ਗੁਫ਼ਤਗੂ ਕੀਤੀ ਹੈ। ਉਮੀਦ ਹੈ ਕਿ ਤੁਹਾਡੀ ਗੁਫ਼ਤਗੂ ਲੋਕਾਂ ਨੂੰ ਪਸੰਦ ਵੀ ਆਏਗੀ ਔਰ ਤੁਹਾਡੇ ਦੱਸੇ ਹੋਏ ਨੁਸਖੇ ਲੋਕ ਇਸਤੇਮਾਲ ਕਰਕੇ ਨੁਕਸਾਨ ਤੋਂ ਬਚਣਗੇ। ਅਸਲਾਮ ਵਾਲੇਕੁਮ ਜੀ, ਜਜ਼ਾਕ। ਵਾਲੇਕੁਮ ਸਲਾਮ।